ਕਰਨਗੇ ਰਿਮਾਂਡ ਰੂਮ ਦੇ ਰਾਜ਼। ਮੂਸੇਵਾਲਾ ਕਤਲकांड ਨੂੰ ਲੈ ਕੇ ਐਸਆਈਟੀ ਕਰੇਗੀ ਖੁਲਾਸੇ। ਸ਼ਾਮ 5 ਵਜੇ ਏਜੀਟੀਐਫ ਮੁਖੀ ਪ੍ਰਮੋਦ ਬਾਨ ਕਰਨਗੇ ਪ੍ਰੈਸ ਕਾਨਫਰੰਸ। ਸਿੱਧੂ ਮੂਸੇਵਾਲਾ ਨੂੰ ਘਰ ਦੇ ਵਿੱਚ ਵੜ ਕੇ ਕਤਲ ਕਰਨ ਦੀ ਵੀ ਸੀ ਪਲੈਨਿੰਗ। ਸੁਰੱਖਿਆ ਦੇ ਨਾਲ ਹੁੰਦੀ ਤਾਂ ਉਸ ਦੇ ਲਈ ਸੀ ਵੱਖਰਾ ਪਲਾਨ। ਦਿੱਲੀ ਸਪੈਸ਼ਲ ਸੈੱਲ ਦੇ ਸੀਪੀ HGS ਧਾਲੀਵਾਲ ਨੇ ਨਿਊਜ਼ 18 ਤੇ ਕੀਤਾ ਖੁਲਾਸਾ। ਬੋਲੇ 6 ਮਹੀਨਿਆਂ ਦੇ ਵਿੱਚ 8-9 ਵਾਰ ਕੀਤੀ ਗਈ ਸੀ ਰੇਕੀ। ਮੂਸੇਵਾਲਾ ਕਤਲकांड ਦੇ ਵਿੱਚ ਵਰਤੇ ਹਥਿਆਰ ਅਜੇ ਵੀ ਨਹੀਂ ਹੋਏ ਬਰਾਮਦ। ਸਿਰਫ ਰਿਜ਼ਰਵ ਹਥਿਆਰ ਹੀ ਮਿਲੇ। HGS ਧਾਲੀਵਾਲ ਬੋਲੇ ਕਤਲ ਦੇ ਲਈ ਵਰਤੀ ਰਾਈਫਲ ਲੈ ਗਿਆ ਮਨਪ੍ਰੀਤ ਪੰਨੂ। ਮੂਸੇਵਾਲਾ ਦੇ ਕਾਤਲਾਂ ਦਾ ਮਦਦਗਾਰ ਪ੍ਰਦੀਪ ਗ੍ਰਿਫਤਾਰ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਬੋਚਿਆ ਪ੍ਰਵਰਤ ਫੌਜੀ ਤੇ ਅੰਕਤ ਨੂੰ ਫਤਿਹਾਬਾਦ ਅਤੇ ਹਿਸਾਰ ਦੇ ਵਿੱਚ ਦਿੱਤੀ ਸੀ ਪਨਾਹ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਵੋਟਿੰਗ ਜਾਰੀ। 11 ਵਜੇ ਤੱਕ ਕਰੀਬ 13% ਹੋਈ ਵੋਟਿੰਗ। ਸਭ ਤੋਂ ਵੱਧ ਮਲੇਰਕੋਟਲਾ ਦੇ ਵਿੱਚ 16 ਦੇ ਕਰੀਬ ਫੀਸਦ ਵੋਟਿੰਗ ਤੇ ਸਭ ਤੋਂ ਘੱਟ ਧੂਰੀ ਦੇ ਵਿੱਚ 8% ਵੋਟਿੰਗ। ਆਪ ਉਮੀਦਵਾਰ ਗੁਰਮੇਲ ਸਿੰਘ ਅਤੇ ਕਾਂਗਰਸ ਕੈਂਡੀਡੇਟ ਦਿਲਵੀਰ ਗੋਲਡੀ ਨੇ ਪਾਈ ਵੋਟ। ਬੀਜੇਪੀ ਦੇ ਕੇਵਲ ਢਿੱਲੋਂ ਨੇ ਵੀ ਭੁਗਤਾਈ ਵੋਟ। ਆਪੋ ਆਪਣੀ ਜਿੱਤ ਦੇ ਕੀਤੇ ਦਾਅਵੇ। ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਮੀਤ ਹੇਅਰ ਨੇ ਵੀ ਕੀਤਾ ਵੋਟ ਹੱਕ ਦਾ ਇਸਤੇਮਾਲ। ਬੋਲੇ ਸਰਕਾਰ ਦੇ ਕੰਮਾਂ ਦੇ ਨਾਂ ਤੇ ਫਤਵਾ ਦੇਣਗੇ ਸੰਗਰੂਰ ਦੇ ਲੋਕ। ਕਰਪਸ਼ਨ ਕੇਸ ਦੇ ਵਿੱਚ ਗ੍ਰਿਫਤਾਰ ਆਈਐਸ ਸੰਜੇ ਪੋਪਲੀ ਦੀਆਂ ਹੋਰ ਵਧੀਆਂ ਮੁਸ਼ਕਿਲਾਂ। ਕਰਨਾਲ ਦੇ ਇੱਕ ਹੋਰ ਠੇਕੇਦਾਰ ਨੇ ਵਿਜੀਲੈਂਸ ਨੂੰ ਸੌਂਪੀ ਸ਼ਿਕਾਇਤ। ਪੋਪਲੀ ਤੇ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ। ਤਰਨਤਾਰਨ ਦੇ ਗੋਇੰਦਵਾਲ ਦੇ ਵਿੱਚ ਅਚਾਨਕ ਗੋਲੀ ਚੱਲਣ ਦੇ ਨਾਲ ਏਐਸਆਈ ਦੀ ਮੌਤ। ਸਰਵਿਸ ਰਿਵਾਲਵਰ ਸਾਫ਼ ਕਰਨ ਦੇ ਵੇਲੇ ਚੱਲੀ ਗੋਲੀ, ਮੌਕੇ ਤੇ ਹੋਈ ਮੌਤ। ਅੰਮ੍ਰਿਤਸਰ ਦੇ ਪਿੰਡ ਨਿਜ਼ਾਮਪੁਰਾ ਦੇ ਵਿੱਚ ਪਾਣੀ ਦੀ ਟੈਂਕੀ ਤੇ ਚੜਿਆ ਨੌਜਵਾਨ। ਪਿਛਲੇ ਕਰੀਬ 5 ਘੰਟੇ ਤੋਂ ਨੌਜਵਾਨ ਨੂੰ ਉਤਾਰਨ ਦੀਆਂ ਕੋਸ਼ਿਸ਼ਾਂ ਜਾਰੀ। ਪਿੰਡ ਦੇ ਸਰਪੰਚ ਤੇ ਲਗਾਏ ਕੁੱਟਮਾਰ ਦੇ ਇਲਜ਼ਾਮ। ਸੋਨੀਪਤ ਦੇ ਵਿੱਚ ਜਾਨ ਤੇ ਭਾਰੀ ਪਈ ਰਫ਼ਤਾਰ। ਕੰਕਰੀਟ ਦੇ ਬੈਰੀਕੇਡਸ ਦੇ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ। ਜ਼ਿੰਦਾ ਸੜੇ 3 ਨੌਜਵਾਨ, 3 ਹੋਰ ਦੀ ਹਾਲਤ ਗੰਭੀਰ। ਰੋਪੜ ਨੈਸ਼ਨਲ ਹਾਈਵੇ ਤੇ ਕਾਰ ਨੇ 3 ਵੀਲਰ ਨੂੰ ਮਾਰੀ ਜ਼ੋਰਦਾਰ ਟੱਕਰ। ਮਹਿਲਾ ਦੀ ਮੌਕੇ ਤੇ ਮੌਤ, 2 ਲੋਕ ਗੰਭੀਰ ਜ਼ਖਮੀ। ਰੋਪੜ ਹਸਪਤਾਲ 'ਚ ਚੱਲ ਰਿਹਾ ਇਲਾਜ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਾਂਗੇ ਦਹਿਸ਼ਤ ਦੀ ਟ੍ਰਿੰਗ ਤੋਂ। ਜੀ ਹਾਂ, ਕਿ ਤੁਹਾਨੂੰ ਵੀ ਧਮਕੀ ਭਰਾ ਫੋਨ ਆਇਆ। ਇਸ ਨੂੰ ਲੈ ਕੇ ਵੱਡੀ ਖਬਰ ਹੈ। ਲਗਾਤਾਰ ਦੱਸ ਦਈਏ ਕਿ ਕਈ ਖਬਰਾਂ ਅਜਿਹੀਆਂ ਆ ਰਹੀਆਂ ਨੇ ਜਿਸ ਨੂੰ ਲੈ ਕੇ ਧਮਕੀ ਭਰੇ ਫੋਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਫੋਨ ਜਿਹੜੇ ਨੇ ਉਹ ਕਈ ਵੱਡੇ ਲੋਕਾਂ ਨੂੰ ਯਾਨੀ ਕਿ ਸਿਆਸੀ ਲੀਡਰਾਂ ਨੂੰ ਆ ਰਹੇ ਨੇ। ਤਾਂ ਸਵਾਲ ਹੈ ਗਿਰਫਤ ਦੇ ਵਿੱਚ ਨੇ ਖਾਸ ਤੌਰ ਤੇ ਪੰਜਾਬ ਦੇ ਕਿੰਨੇ ਲੀਡਰਾਂ ਨੂੰ ਧਮਕੀ ਮਿਲੀ ਹੈ। ਇਹ ਸਭ ਤੋਂ ਵੱਡਾ ਸਵਾਲ ਹੈ। ਯਾਨੀ ਕਿ ਦਹਿਸ਼ਤ ਦੀ ਟ੍ਰਿੰਗ ਹੋਈ ਹੈ ਕਿ ਨਹੀਂ, ਕਿਉਂਕਿ ਲਾਰੈਂਸ ਬਿਸ਼ਨੋਈ ਦੇ ਨਾਮ ਤੇ ਅੱਜ ਕੱਲ੍ਹ ਅਜਿਹੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਵੱਡੇ ਲੀਡਰ, ਸਿਆਸੀ ਲੀਡਰ ਜਿਨ੍ਹਾਂ ਨੂੰ ਫੋਨ ਦੀਆਂ ਧਮਕੀਆਂ, ਰੰਗਦਾਰੀ ਦੀਆਂ ਧਮਕੀਆਂ ਆ ਰਹੀਆਂ ਨੇ ਫੋਨ ਦੇ ਜ਼ਰੀਏ। ਔਰ WhatsApp ਨੰਬਰ ਹੁੰਦਾ ਹੈ ਜਿਸ ਦੇ ਜ਼ਰੀਏ ਫੋਨ ਆਉਂਦਾ। ਲਾਰੈਂਸ ਦੇ ਨਾਂ ਤੇ ਧਮਕੀਆਂ ਮਿਲ ਰਹੀਆਂ ਨੇ। ਪੰਜਾਬ ਦੇ ਕਿੰਨੇ ਲੀਡਰਾਂ ਨੂੰ ਦੱਸੀਏ ਕਿ ਧਮਕੀ ਮਿਲੀ ਹੈ। ਗਿਰਫਤ ਦੇ ਵਿੱਚ ਡੌਨ ਹੈ, ਪਰ ਧਮਕੀ ਕੌਣ ਦੇ ਰਿਹਾ ਹੈ, ਸਭ ਤੋਂ ਵੱਡਾ ਸਵਾਲ ਹੈ। ਯਾਨੀ ਕਿ ਲਾਰੈਂਸ ਬਿਸ਼ਨੋਈ ਰਿਮਾਂਡ ਤੇ ਹੈ। ਪੰਜਾਬ ਪੁਲਿਸ ਤੇ ਲਗਾਤਾਰ ਸਵਾਲ ਜਵਾਬ ਹੋ ਰਹੇ ਨੇ। ਸਿੱਧੂ ਮੂਸੇਵਾਲਾ ਕਤਲकांड ਤੋਂ ਇਲਾਵਾ ਹੋਰ ਕਈ ਮਾਮਲੇ ਦਰਜ ਨੇ ਤਾਂ ਉਸ ਨੂੰ ਲੈ ਕੇ ਵੀ ਪੁੱਛਗਿੱਛ ਹੋ ਰਹੀ ਹੈ। ਔਰ ਇਸ ਤੇ ਚੱਲਦੇ ਜਦੋਂ ਲਾਰੈਂਸ ਬਿਸ਼ਨੋਈ ਦੇ ਨਾਮ ਤੇ ਧਮਕੀ ਆ ਰਹੀ ਹੈ ਤਾਂ ਸਭ ਤੋਂ ਵੱਡਾ ਸਵਾਲ ਇੱਥੇ ਖੜਾ ਹੋ ਰਿਹਾ ਹੈ ਕਿ ਜੇਕਰ ਉਹਨਾਂ ਦੇ ਗੁਰਗੇ ਔਰ ਲਗਾਤਾਰ ਲਿੰਕ ਦੇ ਵਿੱਚ ਲੋਕ, ਸੋ ਦੱਸ ਦਈਏ ਕਿ ਇਹ ਵੱਡਾ ਮਸਲਾ ਹੈ। ਜੇਕਰ ਉਹ ਗਿਰਫਤ ਦੇ ਵਿੱਚ ਹੈ ਫਿਰ ਧਮਕੀ ਕੌਣ ਦੇ ਰਿਹਾ ਹੈ, ਕਿਸ ਦੇ ਵੱਲੋਂ ਫੋਨ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਲਾਰੈਂਸ ਦੇ ਧਮਕੀ ਗੈਂਗ ਤੇ ਵੱਡਾ ਖੁਲਾਸਾ। 2 ਵਜੇ ਵੇਖੋ ਦਹਿਸ਼ਤ ਦੀ ਟ੍ਰਿੰਗ ਯਾਨੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਾਰੇ ਫੋਨ ਆ ਰਹੇ ਨੇ ਔਰ ਕੀ ਕੁਝ ਇਸ ਦੇ ਵਿੱਚ ਅਸਲੀਅਤ ਹੈ। ਦਹਿਸ਼ਤ ਦੀ ਟ੍ਰਿੰਗ ਕਿਉਂ ਹੋ ਰਹੀ ਹੈ, ਕਿਸ ਨੂੰ ਫੋਨ ਆ ਰਹੇ ਨੇ, ਸਭ ਤੋਂ ਵੱਡਾ ਮਸਲਾ ਹੈ। ਖੁਲਾਸਾ ਹੋਏਗਾ ਠੀਕ 2 ਵਜੇ। ਤਾਂ ਅੱਗੇ ਵਧਾਂਗੇ ਔਰ ਗੱਲ ਕਰਾਂਗੇ ਵੱਡੀ ਖਬਰ ਦੀ। ਅੱਜ ਖੁੱਲਣਗੇ ਰਿਮਾਂਡ ਰੂਮ ਦੇ ਰਾਜ਼। ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਕਬੂਲਨਾਮਾ। ਜੀ ਹਾਂ, ਮੂਸੇਵਾਲਾ ਕਤਲकांड ਨੂੰ ਲੈ ਕੇ ਐਸਆਈਟੀ ਜਿਹੜੀ ਹੈ ਖੁਲਾਸੇ ਕਰੇਗੀ। ਸ਼ਾਮ 5 ਵਜੇ ਦਾ ਸਮਾਂ ਰੱਖਿਆ ਗਿਆ। ਏਜੀਟੀਐਫ ਦੇ ਮੁਖੀ ਜਿਹੜੇ ਨੇ ਵੱਡਾ ਖੁਲਾਸਾ ਕਰਨਗੇ। ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾਣਗੇ। ਏਜੀਟੀਐਫ ਮੁਖੀ ਪ੍ਰਮੋਦ ਬਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਰੱਖ ਦਿੱਤੀ ਗਈ ਹੈ। ਉਸ ਨੂੰ ਲੈ ਕੇ ਕਹਿ ਸਕਦੇ ਆ ਕਿ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਕੀ ਵੱਡੇ ਖੁਲਾਸੇ ਹੁੰਦੇ ਨੇ। ਸੋ ਅੱਜ ਖੁੱਲਣਗੇ ਰਿਮਾਂਡ ਰੂਮ ਦੇ ਰਾਜ਼, ਕਿਉਂਕਿ ਰਿਮਾਂਡ ਦੇ ਦੌਰਾਨ ਕੀ ਕੁਝ ਸਵਾਲ ਜਵਾਬ
ਲਾਰੈਂਸ ਬਿਸ਼ਨੋਈ ਤੋਂ ਹੋਏ ਨੇ, ਕਿਹੜੇ ਜਵਾਬ ਦਿੱਤੇ ਗਏ ਨੇ, ਕਿਉਂਕਿ ਲਗਾਤਾਰ ਨਿਊਜ਼ 18 ਪੰਜਾਬ ਦੀ ਵੀ ਨਜ਼ਰ ਬਣੀ ਹੋਈ ਹੈ। ਖਬਰਾਂ ਵਿਚਕਾਰੇ ਵੀ ਆ ਰਹੀਆਂ ਸਨ ਸ਼ੁਰੂਆਤ ਤੋਂ ਕਿ ਬਹੁਤੀ ਕੋਆਪਰੇਸ਼ਨ ਲਾਰੈਂਸ ਬਿਸ਼ਨੋਈ ਦੇ ਵੱਲੋਂ ਨਹੀਂ ਕੀਤੀ ਜਾ ਰਹੀ, ਪਰ ਕਿਤੇ ਨਾ ਕਿਤੇ ਹੁਣ ਕਹਿ ਸਕਦੇ ਹਾਂ ਕਿ ਆਮ ਖੁਲਾਸੇ ਹੋਣੇ ਸ਼ੁਰੂ ਹੋ ਚੁੱਕੇ ਨੇ। ਕਈਆਂ ਦੇ ਨਾਂ ਜਿਹੜੇ ਨੇ ਉਗਲੇ ਨੇ ਲਾਰੈਂਸ ਬਿਸ਼ਨੋਈ ਨੇ, ਕਈਆਂ ਦੇ ਨਾਂ ਸਾਹਮਣੇ ਆਏ ਨੇ ਔਰ ਰਿਮਾਂਡ ਦੇ ਦੌਰਾਨ ਕਿ ਆਖਰਕਾਰ ਉਸ ਦੇ ਸੰਪਰਕ ਦੇ ਵਿੱਚ ਸੀਗੇ। ਸੋ ਅਹਿਮ बेहद अहम है, खास तौर पर प्रेस कॉन्फ्रेंस की गल की जाए, नजरां जिहड़ियां ने वो टिकियां हुई ने कि आखिरकार किस तरह की प्रेस कॉन्फ्रेंस दे विच किहड़े-किहड़े खुलासे होणगे। तो बेहद ही अहम है और मनोज राठी ने साडे नाल ज्यादा गलबात दे लई कि आखिरकार की कुछ जानकारी जिहड़ी है और प्रेस कॉन्फ्रेंस तो सामने आएगी। जी मनोज, नजरां टिकियां हुई ने क्योंकि बहुत बड़े सवाल ने कि आखिरकार की कुछ खुलासे होंगे, क्योंकि पहला भी रखी गई सी प्रेस कॉन्फ्रेंस पर कह सकते हैं कि उसको पोस्टपोन कर दिता गया सी। देखो गुरजोत, कई बड़े खुलासे जिहड़े हैं इस पूरे मामले च आज होने वाले हैं। 5 बजे प्रेस कॉन्फ्रेंस जिहड़ी हो रही है, एंटी गैंगस्टर टीम के जिहड़े हेड ने प्रबोध मान, उन्होंने आज बड़े खुलासे करने, क्योंकि जेलों च बंद जिहड़े गैंगस्टर ने ਉਹ ਲਗਾਤਾਰ ਹੁਣ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ। ਚਾਹੇ ਉਹ ਮੰਨਾ ਗੈਂਗਸਟਰ ਦੀ ਗੱਲ ਹੋਵੇ, ਚਾਹੇ ਉਹ ਗੁਰਵਿੰਦਰ ਗੋਰਾ ਦੀ ਗੱਲ ਹੋਵੇ, ਚਾਹੇ ਉਹ ਮਨਮੋਹਨ ਮੋਨਾ ਦੀ ਗੱਲ ਹੋਵੇ। ਕਈ ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰ ਨੇ ਉਹ ਜੇਲ੍ਹਾਂ 'ਚ ਬਹਿ ਕੇ ਇਹ ਕਿਸ ਤਰ੍ਹਾਂ ਆਪਣਾ ਨੈਕਸਟ ਚਲਾ ਰਹੇ, ਕਿਸ ਤਰ੍ਹਾਂ ਇਹ ਕੰਮ ਕਰ ਰਹੇ। ਕਿਉਂਕਿ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ 'ਚ ਕਈ ਚੀਜ਼ਾਂ ਸਾਹਮਣੇ ਆਈ ਹੈ, ਕਈ ਖੁਲਾਸੇ ਸਾਹਮਣੇ ਆਏ ਹੈ ਕਿ ਸਿੱਧੂ ਮੂਸੇਵਾਲੇ ਦੇ ਮਰਡਰ ਦੀ ਪਲੈਨਿੰਗ ਤੋਂ ਲੈ ਕੇ, ਰੈਕੀ ਤੋਂ ਲੈ ਕੇ, ਜਿਹੜੇ ਹੋਰ ਸ਼ਾਰਪ ਸ਼ੂਟਰ ਨੂੰ ਅਰੇਂਜ ਕੀਤਾ ਸੀ, ਉਹ ਸਾਰੀ ਚੀਜ਼ਾਂ ਨੂੰ ਲੈ ਕੇ ਕਈ ਵੱਡੇ ਖੁਲਾਸੇ। ਉਹਦੇ ਨਾਲ ਨਾਲ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਨਾਲ ਨਾਲ ਹੋਰ ਕਿਸ ਤਰ੍ਹਾਂ ਦੇ ਗੁਰਗੇ ਪੰਜਾਬ 'ਚ ਐਕਟਿਵ ਨੇ, ਕਿਸ ਤਰ੍ਹਾਂ ਉਹ ਨੈਕਸਟ ਚਲਾ ਰਹੇ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਹੈ। ਇਸ ਕਰਕੇ ਹੁਣ ਪੁਲਿਸ ਵੱਡੇ ਖੁਲਾਸੇ ਜਿਹੜੇ ਆ ਉਹ ਕਰ ਸਕਦੀ ਹੈ। ਸ਼ਾਮ ਨੂੰ ਅੱਜ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਹੈ ਉਹਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਮੁੱਦੇ ਨੂੰ ਲੈ ਕੇ, ਕਿਉਂਕਿ 7 ਦਿਨ ਦਾ ਪਹਿਲਾ ਰਿਮਾਂਡ ਸੀਗਾ, ਹੁਣ 5 ਦਿਨ ਦਾ ਅੱਜ ਰਿਮਾਂਡ ਚੱਲ ਰਿਹਾ ਤੇ ਹੁਣ ਇਹ ਰਿਮਾਂਡ ਦੌਰਾਨ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲ ਕਰ ਸਾਹਮਣੇ ਆਈਆਂ, ਕਿਹੜਾ ਉਹਨਾਂ ਦੀ ਮੋਡਸ ਆਪਰੈਂਡੀ ਹੁੰਦੀ ਸੀ, ਕਿਸ ਤਰ੍ਹਾਂ ਇਹ ਪਲੈਨਿੰਗ ਹੋਈ ਹੈ, ਕਿਹੜੇ ਗੁਰਗੇ ਕੰਮ ਕਰ ਰਹੇ, ਇਹਨਾਂ ਨੂੰ ਲੈ ਕੇ ਸਾਰੇ ਨੂੰ ਲੈ ਕੇ ਜਿਹੜੀ ਅੱਜ ਪ੍ਰੈਸ ਕਾਨਫਰੰਸ 'ਚ ਵੱਡੇ ਖੁਲਾਸੇ ਜਿਹੜੇ ਸੀਨੀਅਰ ਆਫੀਸਰਸ ਕਰਨ ਵਾਲੇ। जी ठीक है मनोज, धन्यवाद है तमाम जानकारी के लिए, शुक्रिया। सो सीधे तौर पर नजर रहेगी कि आखिरकार की कुछ खुलासे होंगे ने, क्योंकि बहुत सारे अजिहे प्रोडक्शन वारंट लिया कोई गैंगस्टर ने जेलों के जिन्हों तो खुलासे हो रहे हैं। इस तो इलावा कई लोगों को पुछगिछ के लिए हिरासत के लिया हुआ, कई गिरफ्तारियां हो चुकी ने और लगातार इन्हों तो सवाल जवाब हो रहे हैं। हालांकि जिन्नी क लोड़ होंदी है उन्ने दे मुताबिक ही जी जानकारी है जनतक की जाती है, पर न्यूज़ 18 पंजाब के कोल जी खास तौर पर सोर्सिस तो जी खबर आती है, असीं पहल के आधार पर दर्शकों तक पहुंचा रहे हैं। लगातार न्यूज़ 18 पंजाब की बनी हुई है कि आखिरकार मूसेवाला कतलकांड नूं किस तरह दे नाल अंजाम दिता गया, किहड़े-किहड़े लोग इस दे विच इन्वॉल्व सीगे और किस तरह दे नाल किहड़े हथियार वरते गए ने, लगातार नजर बनी हुई है। पर अज खुद AGTF दे वल्लों इह खुलासे कीते जाणगे। ਤਾਂ मूसेवाला कतल केस ਦੇ ਵਿੱਚ ਵੱਡਾ ਖੁਲਾਸਾ ਹੋਇਆ। मूसेवाला ਨੂੰ ਮਾਰਨ ਦੇ ਲਈ ਦੱਸੇ ਕਿ ਵੱਡੀ ਪਲੈਨਿੰਗ ਕੀਤੀ ਗਈ ਸੀ, ਯਾਨੀ ਕਿ ਪਲਾਨ B ਵੀ ਤਿਆਰ ਸੀ ਕਿ ਜੇਕਰ ਉਹ ਪਲਾਨ A ਕਾਮਯਾਬ ਨਾ ਹੁੰਦਾ ਸੋ ਇਹ ਵੱਡਾ ਬਿਆਨ ਸਾਹਮਣੇ ਆਇਆ। ਔਰ 6 ਮਹੀਨੇ ਤੋਂ ਦੱਸ ਦਈਏ ਕਿ ਇਸ ਨੂੰ ਲੈ ਕੇ ਰੇਕੀ ਹੋ ਰਹੀ ਸੀ, ਸੋ 8 ਤੋਂ 9 ਵਾਰ ਰੇਕੀ ਕੀਤੀ ਗਈ ਸੀ। HGS ਧਾਲੀਵਾਲ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਨਿਊਜ਼ 18 ਪੰਜਾਬ ਤੇ ਦਿੱਤਾ ਗਿਆ। ਉਹਨਾਂ ਨੇ ਇਹ ਖੁਲਾਸੇ ਕੀਤੇ ਨੇ मूसेवाला ਨੂੰ ਲੈ ਕੇ, ਜਿਸ ਤਰ੍ਹਾਂ ਦੇ ਨਾਲ ਰੇਕੀ ਦੀਆਂ ਖਬਰਾਂ ਆਈਆਂ ਔਰ ਘਰ ਚੈਕਿੰਗ ਦੇਖ ਕੇ ਹਮਲਾਵਰਾਂ ਦੇ ਵੱਲੋਂ ਆਪਣਾ ਪਲਾਨ ਬਦਲ ਦਿੱਤਾ ਗਿਆ ਸੀ, यानी कि प्लान सी कि घर दे विच जाके मूसेवाला नूं मारिया जावे। पर जिस तरह दे नाल सुरक्षा वेखी आ, कह सकते हैं कि जो माहौल वेखिया उस नूं लैके प्लान जिहड़ा है बदल दिता गया सी और खास तौर ते 8 ਤੋਂ 9 वार रेकी कीती गई सी। यह भी HGS धालीवाल दे वल्लों वड्डा खुलासा न्यूज़ 18 पंजाब ते कीता गया। दस दईए कि मूसेवाला दा कतल क्यों होया, क्यों वारदात नूं अंजाम दिता गया और इस तरह दे नाल हुण तक की कुछ कार्रवाई हुई है, इह सब गलबात जिहड़ी है कीती गई HGS धालीवाल दे वल्लों बीते दिन और उन्हां दे वल्लों वड्डे खुलासे न्यूज़ 18 पंजाब ते कीते गए। भी साथी ਜਿਹੜੇ ਇਸ ਸ਼ੂਟਿੰਗ 'ਚ ਨਹੀਂ ਇਨਵੋਲਵ ਹੈਗੇ ਉਹ ਪਹਿਲਾਂ ਵੀ ਆਏ ਸੀ, ਜੋ ਇਹਨਾਂ ਤੋਂ ਪਤਾ ਲੱਗਿਆ ਜੀ। ਕਿਸੇ ਵਜ੍ਹਾ ਨਾਲ ਇਹਨਾਂ ਨੇ ਦੇਖਿਆ ਕਿ ਕੋਈ ਚੈਕਿੰਗ ਸਿਕਿਉਰਿਟੀ ਸੀ, ਚੈਕਿੰਗ ਸੀ, ਇਹਨਾਂ ਨੇ ਪਹਿਲਾਂ ਪਲਾਨ ਬਣਾਇਆ ਘਰ ਦੇ ਅੰਦਰ ਜਾ ਕੇ ਮਾਰਨ ਦਾ। ਜਦੋਂ ਇਹਨਾਂ ਨੇ ਦੇਖਿਆ ਕਿ ਇੱਥੇ PSO ਨੇ ਤੇ ਚੈਕਿੰਗ ਹੋ ਰਹੀ ਆ ਤਾਂ ਇਹਨਾਂ ਨੇ ਉਹ ਪਲਾਨ ਨੂੰ ਅਬੋਰਟ ਕੀਤਾ। ਇਹਨਾਂ ਨੇ ਇਨਫੈਕਟ ਕੁਝ ਆਪਣੇ ਸਾਥੀਆਂ ਨੂੰ ਡਿਕਵਾਏ ਬਣਾ ਕੇ, ਜਿੱਦਾਂ ਕਹਿ ਸਕਦੇ ਆ, ਭੇਜਿਆ ਗਿਫਟ ਲੈ ਕੇ, ਤਾਂ ਕਿ ਉਹਨਾਂ ਨੂੰ ਲੱਗੇ ਕਿ ਮੇਰਾ ਕੋਈ ਫੈਨ ਹੈਗਾ ਗਿਫਟ ਲੈ ਕੇ ਆਇਆ। ਤੇ ਗਿਫਟ ਉਹ ਨਾਰਮਲ ਹੁੰਦਾ ਸੀਗਾ, ਸੋ ਉਹ ਦੇਖ ਲਿਆ ਇਹਨਾਂ ਨੇ ਕਿ ਗਿਫਟ ਦੀ ਵੀ ਚੈਕਿੰਗ ਹੋ ਰਹੀ ਆ ਤੇ ਬੰਦੇ ਦੀ ਵੀ ਚੈਕਿੰਗ ਹੋ ਰਹੀ ਆ, ਤੇ ਇਹਨਾਂ ਨੇ ਵੈਪਨ ਲੈ ਕੇ ਜਾਣ ਦਾ ਫਿਰ ਆਈਡੀਆ ਡ੍ਰੌਪ ਕਰਤਾ।
ਫਿਰ ਇਹਨਾਂ ਦਾ ਪਲਾਨ ਬਣਿਆ ਕਿ ਕਿਸੇ ਆਟੋਮੈਟਿਕ ਵੈਪਨ ਨਾਲ ਜਿਹਨੂੰ ਕੰਸੀਲ ਕੀਤਾ ਜਾ ਸਕੇ ਕਿਸੇ ਥੱਲੇ 'ਚ ਜਾਂ ਕਿਸੇ ਚੀਜ਼ 'ਚ, ਤੇ ਇਹਨਾਂ ਦਾ ਕੋਈ ਬੰਦਾ ਜਾ ਕੇ ਅੰਦਰ ਜਾ ਕੇ ਬਰਸਟ ਫਾਇਰ ਕਰ ਦੇ ਤੇ ਵੈਪਨ ਸਿੱਟ ਦੇ ਤਾਂ ਕਿ ਉਹ ਆਪ ਨਾ ਮਰੇ। ਸੋ ਉਹ ਵੀ ਇਹਨਾਂ ਨੂੰ ਲੱਗਿਆ ਕਿ ਬਰਸਟ ਫਾਇਰ ਕਰੂਗਾ ਤਾਂ ਸ਼ਾਇਦ ਇਹਨਾਂ ਦਾ ਜੋ ਟਾਰਗੇਟ ਸੀ, ਜੋ ਇਹ ਕ੍ਰਾਈਮ ਕਰਨਾ ਚਾਹੁੰਦੇ ਸੀ, ਉਹਨੂੰ ਲੱਗਿਆ ਕਿ ਸ਼ਾਇਦ ਉਸ ਤਰੀਕੇ ਨਾਲ ਉਹਨੂੰ ਸਹੀ ਅੰਜਾਮ ਇਹਨਾਂ ਦੇ ਹਿਸਾਬ ਦੇ ਨਾਲ ਨਹੀਂ ਦਿੱਤਾ ਜਾ ਸਕੇਗਾ। ਤਾਂ ਇਹਨਾਂ ਨੂੰ ਇਹ ਵੀ ਸੀਗਾ ਕਿ ਉੱਥੇ ਸਿਕਿਉਰਿਟੀ ਵੀ ਹੈ ਅੰਦਰ, ਸੋ ਇਹਨਾਂ ਨੇ ਉਹ ਆਈਡੀਆ ਵੀ ਡ੍ਰੌਪ ਕਰਤਾ। ਫਿਰ ਇਹਨਾਂ ਨੂੰ ਇਹ ਸੀਗਾ ਕਿ ਕੁਝ ਦਿਨ ਚਾਹੇ ਉੱਥੇ ਰੁਕਣਾ ਪਏ, ਚਾਹੇ ਕਿੰਨੀਆਂ ਵੀ ਰੈਕੀਆਂ ਕਰਨੀਆਂ ਪੈਣ, ਸਭ ਤੋਂ ਇਹਨਾਂ ਨੂੰ ਲੱਗਿਆ ਕਿ ਜਿਹੜਾ ਤਰੀਕਾ ਹੈਗਾ ਉਹ ਹੀ ਹੋ ਸਕਦਾ ਕਿ ਗੱਡੀ ਨੂੰ ਟੇਲ ਕੀਤਾ ਜਾਏ ਜਦੋਂ ਮੌਕਾ ਮਿਲਦਾ ਤੇ ਗੱਡੀ ਨੂੰ ਟਾਰਗੇਟ ਕੀਤਾ ਜਾਏ। ਉਹ ਇਹਨਾਂ ਨੇ ਕਾਫੀ ਸਾਰੇ ਦਿਨ ਇਹ ਵੇਟ ਕਰਦੇ ਰਹੇ ਉੱਥੇ, ਤੇ ਜਦੋਂ ਇਹਨਾਂ ਨੂੰ ਫਾਈਨਲੀ ਪਤਾ ਲੱਗਿਆ ਰੈਕੀ ਵਾਲਿਆਂ ਤੋਂ, ਜਿਹੜਾ ਤੀਜਾ ਜਣਾ ਇਹਨਾਂ ਨਾਲ ਅਸੀਂ ਅਰੈਸਟ ਕੀਤਾ ਕੇਸ਼ਵ, ਜਿਹੜਾ ਉਧਰ ਮਾਨਸਾ ਏਰੀਆ ਦਾ ਹੀ ਹੈਗਾ ਜੀ, ਉਹ ਸ਼ੂਟਰਾਂ ਨਾਲ ਕਈ ਰੈਕੀਆਂ ਦੇ ਵਿੱਚ ਆ ਕੇ ਗਿਆ ਪਹਿਲਾਂ। ਤੇ ਉਦਣ ਫਿਰ ਇਹਨਾਂ ਨੂੰ ਜਿਹੜੇ ਰੈਕੀ ਵਾਲੇ ਨੇ, ਕਿਉਂਕਿ ਇਹਨਾਂ ਦਾ ਰੈਕੀ ਵਾਲਾ ਕੋਈ ਇੱਕ ਬੰਦਾ ਨਹੀਂ ਸੀ, ਇੱਕ ਤੋਂ ਜ਼ਿਆਦਾ ਲੋਕ ਸੀਗੇ, ਸੋ ਜਦੋਂ ਉਸ ਦਿਨ ਫਾਈਨਲ ਉਹਨੇ ਦੱਸਿਆ ਤੇ ਇਹ ਉੱਥੇ ਵੇਟ ਕਰ ਹੀ ਰਹੇ ਸੀਗੇ ਤੇ ਇਹ ਕਾਫੀ ਇਹਨਾਂ ਨੂੰ ਮੌਕੇ ਦੀ ਤਲਾਸ਼ ਸੀ। ਤੇ ਜਦੋਂ ਇਹਨਾਂ ਨੂੰ ਰੈਕੀ ਵਾਲੇ ਨੇ ਦੱਸਿਆ ਵੀ ਇਹ ਅੱਜ ਸਿੱਧੂ ਮੂਸੇਵਾਲਾ ਜਾ ਰਹੇ ਨੇ ਆਪਣੇ ਦੋਸਤਾਂ ਨਾਲ ਤੇ ਨਾਲ ਪੀਐਸਓ ਨਹੀਂ ਹੈਗੇ, ਇਹਨਾਂ ਨੇ ਇਮੀਡੀਏਟਲੀ ਗੱਡੀਆਂ ਨਾਲ ਉਹਨਾਂ ਨੂੰ ਫੋਲੋ ਕੀਤਾ ਤੇ ਘਟਨਾ ਨੂੰ ਅੰਜਾਮ ਦਿੱਤਾ। ਸੋ ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਨੇ ਜਿਨ੍ਹਾਂ ਦੇ ਵੱਲੋਂ ਇਹ ਵੱਡੇ ਖੁਲਾਸੇ ਨਿਊਜ਼ 18 ਪੰਜਾਬ ਤੇ ਕੀਤੇ ਗਏ ਨੇ, ਮੇਰੇ ਸਹਿਯੋਗੀ ਗੌਰਵ ਸ਼ੁਕਲਾ ਉਹਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਸ ਵੇਲੇ ਵੱਡੇ ਖੁਲਾਸੇ ਹੋਏ ਨੇ। ਮੂਸੇਵਾਲਾ ਕਤਲ ਕੇਸ ਦੇ ਵਿੱਚ ਦੱਸੀ ਕਿ ਇੱਕ ਹੋਰ ਵੱਡਾ ਖੁਲਾਸਾ ਹੋਇਆ ਕਿ ਵਾਰਦਾਤ ਦੇ ਵਿੱਚ ਵਰਤੇ ਗਏ ਹਥਿਆਰਾਂ ਦੇ ਬਾਰੇ ਇਹ ਖੁਲਾਸਾ ਕੀਤਾ ਗਿਆ। ਔਰ ਖਾਸ ਤੌਰ ਤੇ ਦੱਸ ਦਈਏ ਕਿ ਖੁਲਾਸੇ ਕੀਤੇ ਗਏ ਨੇ ਰਿਜ਼ਰਵ ਰੱਖੇ ਗਏ ਹਥਿਆਰ ਜਿਹੜੇ ਨੇ ਫਿਲਹਾਲ ਤੱਕ ਬਰਾਮਦ ਹੋਏ ਨੇ, ਜਿਹੜੀ ਦੀ ਵਰਤੋਂ ਕੀਤੀ ਗਈ, ਯਾਨੀ ਕਿ ਜਿਸ ਗਨ ਦੇ ਨਾਲ ਮਾਰਿਆ ਗਿਆ ਉਹ ਮਨਪ੍ਰੀਤ ਮੰਨੂ ਦੇ ਕੋਲ ਹੈ ਅਜੇ ਤੱਕ, ਯਾਨੀ ਕਿ ਉਹ ਬਰਾਮਦਗੀ ਨਹੀਂ ਹੋਈ ਹੈ। ਖਾਸ ਤੌਰ ਤੇ ਵੱਡਾ ਖੁਲਾਸਾ ਵੀ ਐਚਜੀਐਸ ਧਾਲੀਵਾਲ ਦੇ ਵੱਲੋਂ ਕੀਤਾ ਗਿਆ, ਜੋ ਸਪੈਸ਼ਲ ਸੀਪੀ ਨੇ ਦਿੱਲੀ ਪੁਲਿਸ ਦੇ, ਜਿਨ੍ਹਾਂ ਦੇ ਵੱਲੋਂ ਇਹ ਖੁਲਾਸੇ ਕੀਤੇ ਗਏ। ਨਿਊਜ਼ 18 ਪੰਜਾਬ ਤੇ ਖਾਸ ਗੱਲਬਾਤ ਉਹਨਾਂ ਨੇ ਕੀਤੀ ਹੈ ਔਰ ਉਸ ਦੇ ਦੌਰਾਨ ਉਹਨਾਂ ਨੇ ਵੱਡੇ ਖੁਲਾਸੇ ਕੀਤੇ, ਕਿਉਂਕਿ ਇਹ ਅਜਿਹਾ ਮਾਮਲਾ ਕਹਿ ਸਕਦੇ ਆ ਜਿਸ ਤਰ੍ਹਾਂ ਦੇ ਨਾਲ ਕਤਲकांड ਹੋਇਆ ਤਾਂ ਉਸ ਤੋਂ ਬਾਅਦ ਇੱਕ ਕੜੀ ਜਿਹੜੀ ਹੈ ਬਹੁਤ ਸਮਝਣੀ ਸੌਖੀ ਨਹੀਂ ਹੈ, ਕਿਉਂਕਿ ਸਮਝਣਾ ਆਖਰਕਾਰ ਪੂਰੀ ਵਿਸਤਾਰ ਦੇ ਨਾਲ ਪੈਂਦਾ ਕਿ ਆਖਰਕਾਰ ਕਿਹੜੇ ਲੋਕ ਇਸ ਦੇ ਵਿੱਚ ਇਨਵੋਲਵ ਨੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਵੀ ਨੇ ਜਿਹੜਾ ਕਿ ਫੇਕ ਕਹਿ ਸਕਦੇ ਆ। ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਅੱਜਕੱਲ ਜਿਹੜਾ ਉਹ ਜਾਰੀ ਹੈਗਾ ਕੰਟੈਂਟ, ਸੋ ਪੂਰੀ ਪੁਖਤਾ ਤੌਰ ਤੇ ਜਾਣਕਾਰੀ ਜਿਹੜੀ ਹੈ ਨਿਊਜ਼ 18 ਪੰਜਾਬ ਤੇ ਉਹਨਾਂ ਵੱਲੋਂ ਦਿੱਤੀ ਗਈ ਹੈ ਔਰ ਦੱਸਿਆ ਗਿਆ ਕਿ ਹੁਣ ਤੱਕ ਕੀ ਕੁਝ ਬਰਾਮਦ ਹੋਇਆ ਹੈ ਔਰ ਕੀ ਕੁਝ ਬਰਾਮਦ ਨਹੀਂ ਹੋਇਆ। ਇਸ ਤੋਂ ਇਲਾਵਾ ਕਿੰਨੀਆਂ ਗ੍ਰਿਫਤਾਰੀਆਂ ਨੇ, ਜਿਹੜੇ ਲੋਕ ਗ੍ਰਿਫਤਾਰ ਹੋਏ ਨੇ ਤਾਂ ਉਹਨਾਂ ਤੋਂ ਕੀ ਕੁਝ ਖੁਲਾਸੇ ਹੋਏ ਨੇ ਔਰ ਹਥਿਆਰਾਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਕਿ ਅਜੇ ਤੱਕ ਰਿਜ਼ਰਵ ਰੱਖੇ ਗਏ ਹਥਿਆਰ ਹੀ ਬਰਾਮਦ ਹੋਏ ਨੇ। ਸਰ, ਜਿਹੜੇ ਹਥਿਆਰ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਤੁਸੀਂ ਬਰਾਮਦ ਕੀਤੇ ਨੇ, ਇਹ ਉਹ ਸਾਰੇ ਹਥਿਆਰ ਬਰਾਮਦ ਹੋ ਗਏ ਨੇ ਜਿਹੜੇ ਸ਼ੂਟਿੰਗ ਦੇ ਵਿੱਚ ਇਸਤੇਮਾਲ ਕੀਤੇ ਗਏ ਸੀ ਔਰ ਐਗਜ਼ੈਕਟਲੀ ਉਹੀ ਹਥਿਆਰ ਹੈ, ਕਨਫਰਮ ਹੋ ਚੁੱਕੇ? ਇਹ ਜਿਹੜੇ ਹਥਿਆਰ ਅਸੀਂ ਬਰਾਮਦ ਹੋਏ ਨੇ, ਪ੍ਰਿਆਵਰਤ ਫੌਜੀ ਨੂੰ ਇੱਕ ਪੂਰਾ ਬੈਗ ਮਿਲਿਆ ਸੀਗਾ ਹਥਿਆਰਾਂ ਦਾ, ਤੇ ਉਹਦੇ 'ਚ ਜਦੋਂ ਉਹਨੂੰ ਮਿਲਿਆ ਤਾਂ ਉਹਨੂੰ ਖੁਦ ਵੀ ਨਹੀਂ ਸੀ ਪਤਾ ਕਿ ਕਿਹੜਾ ਅਸਲਾ ਇਹਦੇ 'ਚ ਹੋਏਗਾ। ਤੇ ਜਦੋਂ ਉਹਨੇ ਬੈਗ ਦੇਖਿਆ ਤਾਂ ਉਹਦੇ 'ਚ AK ਵੀ ਸੀ, ਉਹਦੇ 'ਚ ਅੰਡਰ ਬੈਰਲ ਗ੍ਰੇਨੇਡ ਲਾਂਚਰ ਸੀ, 8 ਗ੍ਰੇਨੇਡ ਸੀਗੇ, ਪਿਸਟਲ ਸੀਗੇ। ਸੋ ਇਹਨਾਂ ਨੇ ਜਿਹੜੇ ਪਿਸਟਲ ਫਾਇਰ ਕੀਤੇ ਤੇ ਜਿਹੜਾ ਵੈਪਨ ਫਾਇਰ ਕੀਤਾ ਉਹ ਵਾਰਦਾਤ ਤੋਂ ਬਾਅਦ ਇਹਨਾਂ ਤੋਂ ਅਲੱਗ ਬੰਦਾ ਕੋਈ ਲੈ ਕੇ ਗਿਆ, ਇਹਨਾਂ ਨੇ ਜੋ ਦੱਸਿਆ। ਜਿਹੜੇ ਰਿਜ਼ਰਵ ਵੈਪਨ ਸੀ ਇਹਨਾਂ ਨੇ ਰੱਖੇ ਹੋਏ ਸੀ, ਜਿਹੜੇ ਵਾਰਦਾਤ ਦੇ ਸਪੌਟ ਤੇ ਗਏ ਪਰ ਵਰਤੇ ਨਹੀਂ ਗਏ, ਜਿੱਦਾਂ ਗ੍ਰੇਨੇਡ ਸੀ, ਗ੍ਰੇਨੇਡ ਲਾਂਚਰ ਸੀਗਾ, ਰਿਜ਼ਰਵ ਪਿਸਟਲ ਸੀਗੇ, ਉਹ ਰਿਕਵਰ ਹੋ ਗਏ ਨੇ। ਤੇ AK ਵੀ ਇਹਦੇ ਕੋਲੇ ਸੀਗੀ ਤੇ ਉਹ ਮਨਪ੍ਰੀਤ ਮੰਨੂ ਨੇ ਤੋਂ ਲੈ ਲਈ ਸੀਗੀ ਤੇ ਪ੍ਰਿਆਵਰਤ ਨੂੰ ਪਹਿਲਾਂ ਫਾਇਰ ਕਰਨੀ ਸੀ ਪਰ ਉਹ ਫਿਰ ਕਰੀ ਮੰਨੂ ਨੇ ਫਾਇਰ, ਤੇ ਉਹ ਮੰਨੂ ਤੇ ਰੂਪਾ ਜਦੋਂ ਅੱਡ ਗਏ ਉਹ ਅੱਡ ਲੈ ਗਏ। ਸੋ ਇਹ ਵੀ ਵੱਡਾ ਖੁਲਾਸਾ ਹੈ ਕਿ ਮੰਨੂ ਦੇ ਵੱਲੋਂ ਫਾਇਰ ਕੀਤਾ ਗਿਆ ਸੀ ਔਰ ਆਪਣੇ ਨਾਲ ਉਸ ਗਨ ਨੂੰ ਲੈ ਕੇ ਗਿਆ ਜਿਸ ਨੂੰ ਅਜੇ ਬਰਾਮਦ ਕਰਨਾ ਬਾਕੀ ਹੈ। ਤਾਂ ਮੂਸੇਵਾਲਾ ਕਤਲकांड ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਮੂਸੇਵਾਲਾ ਦੇ ਕਾਤਲਾਂ ਦੀ ਮਦਦ ਕਰਨ ਵਾਲਾ ਗ੍ਰਿਫਤਾਰ ਹੋ ਗਿਆ ਹੈ। ਦਿੱਲੀ ਪੁਲਿਸ ਦੇ ਵੱਲੋਂ ਦੱਸੀ ਕਿ ਪ੍ਰਦੀਪ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਵੇਲੇ ਦੀ ਵੱਡੀ ਖਬਰ ਹੈ, ਖਾਸ ਤੌਰ ਤੇ ਅਪਡੇਟ ਹੈ। ਹਾਲਾਂਕਿ ਦਿੱਲੀ ਪੁਲਿਸ ਨੇ ਦੱਸਿਆ ਕਿ ਪ੍ਰਦੀਪ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਪ੍ਰਿਆਵਰਤ ਫੌਜੀ ਤੇ ਅੰਕਤ ਨੂੰ ਜਿਹੜੀ ਹੈ ਮਦਦ ਪਹੁੰਚਾਈ ਗਈ ਸੀ। ਪ੍ਰਦੀਪ ਦੇ ਵੱਲੋਂ ਹੀ ਆਪਣੇ ਦੋਸਤ ਦੇ ਰਮੇਸ਼
ਦੇ ਘਰ ਇਹਨਾਂ ਨੂੰ ਠਹਿਰਾਇਆ ਗਿਆ ਸੀ। ਉਸ ਦਿਨ ਪਨਾਹ ਦਿੱਤੀ ਗਈ ਸੀ ਔਰ ਨਾ ਸਿਰਫ ਪਨਾਹ ਦਿੱਤੀ ਗਈ ਸੀ ਬਲਕਿ ਉਹ ਹਥਿਆਰ ਲੁਕਾਉਣ ਦੇ ਵਿੱਚ ਵੀ ਰਮੇਸ਼ ਦੇ ਵੱਲੋਂ ਮਦਦ ਕੀਤੀ ਗਈ ਸੀ। ਜਾਣਕਾਰੀ ਇਹ ਵੀ ਹੈ ਕਿ ਉਸਦੇ ਘਰ ਦੇ ਕੋਲ ਜਾਂ ਉਸਦੇ ਘਰ ਦੇ ਵਿੱਚ ਜਿਹੜੇ ਹਥਿਆਰ ਨੇ ਇਹ ਲੁਕੋਏ ਗਏ ਸਨ। ਸੋ ਖਾਸ ਤੌਰ ਤੇ ਇੱਕ ਵੱਡੀ ਗ੍ਰਿਫਤਾਰੀ, ਇੱਕ ਵੱਡੀ ਕਾਮਯਾਬੀ ਪ੍ਰਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਕਹਿ ਸਕਦੇ ਹਾਂ, ਕਿਉਂਕਿ ਲਗਾਤਾਰ ਜਿਹੜੇ ਲੋਕਾਂ ਨੂੰ ਫੜਿਆ ਜਾ ਰਿਹਾ ਹੈ, ਹੁਣ ਅਸਲ ਉਹ ਦੋਸ਼ੀ ਕਹਿ ਸਕਦੇ ਹਾਂ ਉਸ ਪੂਰੀ ਚੇਨ ਦੇ ਵਿੱਚ ਇਨਵੋਲਵ ਜਿਹੜੇ ਹੇਠਲੇ ਲੋਕ ਨੇ। ਕਿਉਂਕਿ ਲਾਰੈਂਸ ਤਾਂ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਬਰਾੜ ਜੋ ਬਾਹਰ ਬੈਠਾ ਉਹ ਜਿਹੜੇ ਨੇ ਉਹ ਕਹਿ ਸਕਦੇ ਆ ਕਿ ਮਾਸਟਰਮਾਈਂਡ ਨੇ, ਪਰ ਆਖਿਰਕਾਰ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਹੜੇ ਹੇਠਲੇ ਲੋਕ ਨੇ, ਜਿਹੜੇ ਮੁੱਖ ਨੇ, ਸੋ ਉਹਨਾਂ ਦੀ ਗ੍ਰਿਫਤਾਰੀਆਂ ਹੁਣ ਹੋ ਰਹੀਆਂ ਨੇ ਜਿਨ੍ਹਾਂ ਦੀ ਇਨਵੋਲਵਮੈਂਟ ਹੈ। ਤਾਂ ਪ੍ਰਦੀਪ ਦੀ ਇਹ ਵੱਡੀ ਗ੍ਰਿਫਤਾਰੀ ਹੋਈ ਹੈ, ਵੱਡੀ ਕਾਮਯਾਬੀ ਜਿਹੜੀ ਹੈ ਉਹ ਹਾਸਿਲ ਹੋਈ ਹੈ। ਦੋਵਾਂ ਨੂੰ ਦੱਸਦੀ ਕਿ ਫਤਿਹਾਬਾਦ ਦੇ ਹੋਟਲ ਦੇ ਵਿੱਚ ਰੁਕਵਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਹਿਸਾਰ ਦੇ ਵਿੱਚ ਵੀ ਰਮੇਸ਼ ਦੇ ਘਰ ਪ੍ਰਦੀਪ ਨੇ ਹੀ ਇਹਨਾਂ ਨੂੰ ਰੁਕਵਾਇਆ ਸੀ। ਫਤਿਹਾਬਾਦ ਦੇ ਦੌਲਤਪੁਰ ਦਾ ਰਹਿਣ ਵਾਲਾ ਪ੍ਰਦੀਪ ਔਰ ਪਵਨ ਗੁਰਜਰ ਨੇ ਵੀ ਮੁਲਜ਼ਮਾਂ ਨੂੰ ਆਪਣੇ ਹੋਟਲ ਦੇ ਵਿੱਚ ਰੁਕਵਾਇਆ ਸੀ। ਇਹ ਵੀ ਸੂਤਰਾਂ ਦੇ ਮੁਤਾਬਿਕ ਜਾਣਕਾਰੀ ਆ ਰਹੀ ਹੈ। सिद्धू मूसेवाला हत्याकांड के तार लगातार फतेहाबाद से जुड़ते नजर आ रहे हैं। अब तक फतेहाबाद में 4 गिरफ्तारियां हो चुकी है। 2 फतेहाबाद के बेडाना गांव से पवन और एक दूसरा जो लड़का है उसकी गिरफ्तारी हुई है, नसीब नाम के युवक की। अब 2 गिरफ्तारियां और हो चुकी हैं। दिल्ली क्राइम ब्रांच पुलिस ने फतेहाबाद के एक खिराती खेड़ा गांव का जो युवक है पवन गुर्जर और दौलतपुर गांव का जो प्रदीप है उसको दिल्ली क्राइम ब्रांच पुलिस ने उठाया। उनकी इन्वॉल्वमेंट ये रही है कि उन्होंने ये वो होटल है जहां पर उनको जो शय दी थी, जो शूटर्स जो आए थे, जो प्रियव्रत फौजी और अंकित शेरशाह यहाँ रुके थे और यहीं से वहाँ निकलते हुए अपनी बुलेरो गाड़ी से पंजाब के लिए वो निकले थे। यही वो रास्ता है, आप देख सकते हैं कि पंजाब को जोड़ता है। ये रास्ता हांसपुर होते हुए वो पंजाब की तरफ निकले थे, जिसकी सीसीटीवी एक सामने आई थी जिसमें साफ तौर पर देखा जा सकता था कि हांसपुर होते हुए वो बुलेरो के माध्यम से वो यहाँ से निकले थे। अभी जो गिरफ्तारी हुई है वो पवन गुर्जर और प्रदीप गुर्जर को उठाया है। प्रदीप की इन्वॉल्वमेंट भी रही है कि उनको यहाँ जो है शहद दी है, इस होटल में दी है। ये दोनों ही होटल का काम करते हैं और दोनों पर ही कई संगीन जो मामले हैं वो दर्ज है। आप देख सकते हैं कि यही वो सांवरिया होटल है जहाँ पर वो रुके थे और यहाँ से होकर पंजाब गए थे। तो अब देखना होगा कि पुलिस जो है दिल्ली जो क्राइम ब्रांच पुलिस है वो क्या इसमें निकाल कर लाती है, क्या उनकी जांच में निकल कर सामने आता है, ये देखने वाली बात होगी। अब तक फतेहाबाद से सिद्धू मूसेवाला केस के अंदर 4 गिरफ्तारियां हो चुकी है। न्यूज़ 18 हरियाणा के लिए फतेहाबाद से जसपाल सिंह। ਤਾਂ ਉਧਰ ਦੂਸਰੇ ਪਾਸੇ ਆਈਐਸ ਸੰਜੇ ਪੋਪਲੀ ਦੀਆਂ ਹੋਰ ਮੁਸ਼ਕਿਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ। ਦੱਸਦੇ ਕਿ ਪੋਪਲੀ ਦੇ ਖਿਲਾਫ ਵਿਜੀਲੈਂਸ ਨੂੰ ਇੱਕ ਹੋਰ ਸ਼ਿਕਾਇਤ ਮਿਲੀ ਹੈ ਔਰ ਕਰਨਾਲ ਦੇ ਇੱਕ ਹੋਰ ਠੇਕੇਦਾਰ ਦੇ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ। ਪੋਪਲੀ ਤੇ ਦੱਸਦੇ ਕਿ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਹੈ ਔਰ ਖਾਸ ਤੌਰ ਤੇ ਹੁਣ ਮੁਸ਼ਕਿਲਾਂ ਹੋਰ ਵਧਦੀਆਂ ਹੋਈਆਂ ਆਈਐਸ ਸੰਜੇ ਪੋਪਲੀ ਦੀਆਂ ਨਜ਼ਰ ਆ ਰਹੀਆਂ ਨੇ। ਕਈ ਤਰ੍ਹਾਂ ਦੇ ਆਮ ਸਵਾਲ ਨੇ ਕਿ ਵੱਡੇ ਅਹੁਦੇ ਤੇ ਤੈਨਾਤ ਹੋਣ ਦੇ ਬਾਵਜੂਦ ਜਿਹੜਾ ਹੈ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਨੇ। ਤਾਂ ਹੁਣ ਕਰਨਾਲ ਦੇ ਇੱਕ ਹੋਰ ਠੇਕੇਦਾਰ ਦੇ ਵੱਲੋਂ ਦੱਸਦੀ ਕਿ ਸ਼ਿਕਾਇਤ ਜਿਹੜੀ ਹੈ ਉਹ ਦਰਜ ਕਰਾ ਦਿੱਤੀ ਗਈ ਹੈ। ਪੋਪਲੀ ਤੇ 10 ਲੱਖ रुपए रिश्वत लैन के इल्जाम जोड़े ने लगे ने। इस तो पहला भी इल्जाम लगे और उस तो पहला खास तौर पर जेकर बरामदगी की गल की जाए 3 घंटे रेड तो बाद 73 कारतूस जोड़े ने उन्होंने घर तो भी बरामद हुए सीगे। सो लगातार खुलासे भी हो रहे हैं। तो हुण एक होर शिकायत दर्ज हुई है जिस तो बाद आईएस पोपली दी मुश्किलों के विच होर रफ्तार दे नाल वाधा होया। ਦੱਸਦੇ ਕਿ ਠੇਕੇਦਾਰ ਤੋਂ ਸੰਜੇ ਪੋਪਲੀ ਨੇ ਜਿਹੜੀ ਹੈ ਲੱਖਾਂ ਦੀ ਰਿਸ਼ਵਤ ਲਈ ਸੀ। ਇਹ ਇਲਜ਼ਾਮ ਨੇ ਔਰ ਟੈਂਡਰ ਦੇ ਬਦਲੇ 1% ਕਮਿਸ਼ਨ ਮੰਗਿਆ ਗਿਆ ਸੀ। ਫਿਲਹਾਲ 4 ਦਿਨਾਂ ਦੇ ਰਿਮਾਂਡ ਤੇ ਵੀ ਹੈ ਪੋਪਲੀ ਔਰ ਨਿਊਜ਼ 18 ਦੇ ਨਾਲ ਗੱਲਬਾਤ ਕਰਦੇ ਪੀੜਤ ਠੇਕੇਦਾਰ ਰਾਜੇਸ਼ ਨੇ ਦੱਸਿਆ ਕਿ 10 ਲੱਖ ਲੈਣ ਤੋਂ ਬਾਅਦ ਵੀ ਜਦੋਂ ਪੋਪਲੀ ਨੇ ਹੋਰ ਰਿਸ਼ਵਤ ਮੰਗੀ ਤਾਂ ਉਹਨਾਂ ਨੇ ਵਿਰੋਧ ਜਤਾਇਆ, ਜਿਸ ਤੇ ਪੋਪਲੀ ਨੇ ਅਬੋਹਰ ਦੇ ਵਿੱਚ 3 ਠੇਕੇਦਾਰਾਂ ਤੇ ਕੁੜੀ ਦੇ ਨਾਲ ਛੇੜਛਾੜ ਦਾ ਝੂਠਾ ਕੇਸ ਪਵਾ ਦਿੱਤਾ।